ਆਪਾਂ ਗੱਲ ਕਰ ਰਹੇ ਸੀ ਨਾ ਸੰਬੰਧਕ ਦੀ, ਵੀ ਸੰਬੰਧਕ ਜਦੋਂ ਸਾਹਮਣੇ ਪ੍ਰਗਟ ਨਾ ਹੋਵੇ ਤੇ ਨਾਮ ਨੂੰ ਜਿਹੜੀ ਹੈ ਉਹ ਸਿਹਾਰੀ ਲੱਗੀ ਹੁੰਦੀ ਹੈ, ਉਹਦੇ ਵਿੱਚੋਂ ਆਪਾਂ ਕੀ ਕਰਦੇ ਆ, ਸੰਬੰਧਕ ਦੇ ਅਰਥ ਕਰ ਲੈਂਦੇ ਆ ਨਾ। ਜਿਵੇਂ ਗੁਰੂ ਨੇ ਜਾਂ ਮਨ ਨਾਲ, ਠੀਕ ਹੈ, ਜਿਵੇਂ ਮਨ ਵਿੱਚ ਜਾਂ ਗੁਰੂ ਦੁਆਰਾ, ਬਾਣੀ ਦੁਆਰਾ, ਠੀਕ ਹੈ। ਫਿਰ ਚੌਥਾ ਰੀਜ਼ਨ ਹੈ ਤੋਂ, ਗੁਰੂ ਤੋਂ ਨਾਮ ਮਿਲਦਾ ਹੈ, ਗੁਰੂ ਤੋਂ ਮੱਤ ਮਿਲਦੀ ਹੈ, ਠੀਕ ਹੈ। ਇਸ ਅਰਥ ਦੇ ਵਿੱਚ ਵੀ ਕਈ ਵਾਰ ਸਿਹਾਰੀ ਨੂੰ ਆਪਾਂ ਵਰਤਦੇ ਹਾਂ, ਜਿਹੜੀ ਗੁਰਬਾਣੀ ਦੇ ਵਿੱਚ ਲੱਗੀ ਹੋਈ ਹੈ। ਫਿਰ ਦੂਜਾ ਨਿਯਮ ਕੀ ਹੈ, ਜਦੋਂ ਸਿਹਾਰੀ ਲੱਗੀ ਹੁੰਦੀ ਹੈ ਗੁਰਬਾਣੀ ਦੇ ਵਿੱਚ, ਕਈ ਜਿਹੜੇ ਸ਼ਬਦ ਸੰਬੰਧਕ ਰੂਪ ਨੇ ਪ੍ਰਗਟ ਰੂਪ ਦੇ ਵਿੱਚ ਹੈ, ਤੁਸੀਂ ਵੇਖੋਗੇ ਉਹਨਾਂ ਦੇ ਨਾਲ ਵੀ ਆਖਰੀ ਅੱਖਰ ਨੂੰ ਸਿਹਾਰੀ ਲੱਗੀ ਹੋਈ ਹੈ, ਠੀਕ ਹੈ। ਹੁਣ ਸਵਾਲ ਆਪਾਂ ਇਹ ਕਰ ਸਕਦੇ ਹਾਂ ਵੀ ਇਹਨਾਂ ਨੂੰ ਸਿਹਾਰੀ ਆਉਂਦੀ ਕਿਉਂ ਹੈ। ਇਹ ਤਾਂ ਉੱਦਾਂ ਵੀ ਲਿਖੇ ਜਾ ਸਕਦੇ ਆ, ਕਿਉਂਕਿ ਸਿਹਾਰੀ ਕਿਹੜੀ ਬੋਲੀ ਜਾਂਦੀ ਹੈ, ਬੋਲਦੇ ਤੇ ਆਪਾਂ ਸਿੱਧਾ ਡਾਇਰੈਕਟ ਇੱਦਾਂ ਹੀ ਆ ਜਿਵੇਂ ਅੱਖਰ ਲਿਖੇ ਹੋਏ ਆ, ਪਰ ਸਿਹਾਰੀ ਆਪਾਂ ਬੋਲਦੇ ਨਹੀਂ ਆ। ਫਿਰ ਸਿਹਾਰੀ ਆਉਣ ਦਾ ਰੀਜ਼ਨ ਕੀ ਹੈ? ਫਿਰ ਇੱਥੇ ਰੀਜ਼ਨ ਬਹੁਤ ਵੱਡਾ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਇੱਦਾਂ ਵੀ ਆਇਆ ਹੈ ਔਂਕੜ ਦੇ ਨਾਲ, ਬਿਨਾਂ ਸਿਹਾਰੀ ਤੋਂ, ਠੀਕ ਹੈ। ਅੰਦਰ ਔਂਕੜ ਦੇ ਨਾਲ ਵੀ ਆਇਆ ਹੈ, ਠੀਕ ਹੈ। ਸੰਗ ਇੱਦਾਂ ਵੀ ਆਇਆ ਹੈ। ਹੁਣ ਇੱਥੇ ਫਿਰ ਗੁਰੂ ਪਾਤਸ਼ਾਹ ਜੀ ਨੇ ਇਹ ਟੈਕਨੀਕ ਵਰਤੀ ਹੈ ਇੱਕ, ਤਾਂ ਕਿ ਅਸੀਂ ਕਨਫਿਊਜ਼ ਨਾ ਹੋਈਏ, ਸਾਨੂੰ ਸ਼ਬਦਾਂ ਦੇ ਭੇਦ ਦਾ ਫਰਕ ਪਤਾ ਲੱਗ ਸਕੇ। ਹੁਣ ਇਹ ਸੰਬੰਧਕ ਹੈ, ਇਹਨਾਂ ਨੂੰ ਸਿਹਾਰੀ ਤਾਂ ਕਰਕੇ ਆਈ ਹੈ ਕਿਉਂਕਿ ਇਹਨਾਂ ਦੀ ਪਛਾਣ ਸਿਹਾਰੀ ਦੇ ਨਾਲ ਹੁੰਦੀ ਹੈ ਕਿ ਇਹ ਸੰਬੰਧਕ ਹੈ। ਜੇ ਇਹਨਾਂ ਦੇ ਨਾਲ ਸਿਹਾਰੀ ਨਹੀਂ ਹੋਏਗੀ, ਇਸ ਰੂਪ ਦੇ ਵਿੱਚ ਹੋਣਗੇ, ਫਿਰ ਸਾਨੂੰ ਪਤਾ ਲੱਗ ਜਾਏਗਾ ਵੀ ਇਹ ਸੰਬੰਧਕ ਨਹੀਂ ਹੈ, ਇਹ ਕੀ ਹੈ, ਇਹ ਨਾਮ ਹੈ, ਠੀਕ ਹੈ, ਇਹ ਨਾਉਨ ਹੈ। ਹੁਣ ਨਾਉਨ ਕਿਵੇਂ ਹੈ, ਇਹ ਸੰਬੰਧਕ ਕਿਵੇਂ ਹੈ, ਇਹ ਸਾਨੂੰ ਹੁਣ ਅਸੀਂ ਸਮਝਣਾ ਹੈ ਗੁਰਬਾਣੀ ਦੇ ਵਿੱਚੋਂ ਐਗਜ਼ੈਂਪਲਸ ਦੇ ਨਾਲ, ਪੰਕਤੀਆਂ ਦੇ ਨਾਲ, ਠੀਕ ਹੈ। ਹੁਣ ਇਹ ਦੋਵਾਂ ਦੇ ਵਿੱਚ ਸ਼ਬਦ ਆਇਆ ਹੈ। ਇੱਥੇ ਹੁਣ ਕਿਹੜਾ ਸਿਹਾਰੀ ਦੇ ਨਾਲ ਹੈ, ਕਿਹੜਾ ਔਂਕੜ ਦੇ ਨਾਲ ਹੈ, ਕਿਹੜਾ ਸੰਬੰਧਕ ਹੈ ਅਤੇ ਕਿਹੜਾ ਨਾਮ ਹੈ, ਕਿਵੇਂ ਸਾਨੂੰ ਪਤਾ ਲੱਗੂਗਾ? ਕਿਉਂਕਿ ਦੋਵਾਂ ਦਾ ਰੂਪ ਇੱਕੋ ਜਿਹਾ ਹੀ ਹੈ ਨਾ। ਪਰ ਇੱਥੇ ਤੁਸੀਂ ਵੇਖੋਗੇ ਗੁਰਬਾਣੀ ਦੇ ਵਿੱਚ ਔਂਕੜ ਲੱਗੀ ਹੋਏਗੀ, ਇੱਥੇ ਸਿਹਾਰੀ ਲੱਗੀ ਹੋਏਗੀ, ਕਿਉਂਕਿ ਹਾਂਜੀ, ਕਿਉਂਕਿ ਇਹ ਸੰਬੰਧਕ ਹੈ ਨਾ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਇਹ ਨਾਉਨ ਨਹੀਂ ਹੈ, ਇਹ ਵਿੱਚ ਮਤਲਬ ਸੰਬੰਧਕ ਨਾਲ ਵਿੱਚ ਐਡ ਕੀਤਾ ਗਿਆ ਹੈ। ਪਰ ਇਹ ਜਿਹੜਾ ਵਿੱਚ ਹੈ ਇਹ ਸੰਬੰਧਕ ਨਹੀਂ ਹੈ। ਇੱਥੇ ਗੱਲ ਹੋ ਰਹੀ ਹੈ ਵਿਚੋਲਗੀ ਦੀ, ਠੀਕ ਹੈ। ਵਿੱਚ ਨਾ ਕੋਈ ਕਰ ਸਕੈ, ਕੋਈ ਵਿਚੋਲਗੀ ਨਹੀਂ ਕਰ ਸਕਦਾ। ਕਿਸ ਥੈ ਰੋਵਹਿ ਰੋਜ਼, ਜੋ ਕਰਨਾ ਹੈ ਆਪਣੇ ਆਪ ਨੂੰ ਕਰਨਾ ਪੈਣਾ ਹੈ, ਕੋਈ ਦੂਜਾ ਵਿੱਚ ਆ ਕੇ ਵਿਚੋਲਗੀ ਨਹੀਂ ਕਰ ਸਕਦਾ, ਠੀਕ ਹੈ। ਇੱਥੇ ਹੋ ਗਿਆ ਵਿਚੋਲਾਪਣ, ਵਿਚੋਲਗੀ, ਇਹ ਹੋ ਗਿਆ ਇੱਕ ਨਾਉਨ, ਨਾਮ ਹੋ ਗਿਆ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਹੁਣ ਇਹ ਵਿੱਚ ਕੋਈ ਨਾਮ ਨਹੀਂ ਹੈ, ਇੱਥੇ ਇਹ ਸੰਬੰਧਕ ਹੈ ਜਿਹੜਾ ਇਹਨਾਂ ਦੋਵਾਂ ਦਾ ਸੰਬੰਧ ਜੋੜ ਰਿਹਾ ਹੈ, ਠੀਕ ਹੈ। ਇਸ ਕਰਕੇ ਸੰਬੰਧਕਾਂ ਨੂੰ ਬਹੁਤਾਤ ਵਿੱਚ ਸਿਹਾਰੀ ਲੱਗੀ ਹੋਈ ਹੈ, ਠੀਕ ਹੈ। ਜਿਵੇਂ ਦੂਜਾ ਸ਼ਬਦ ਆਪਾਂ ਲਿਖਿਆ ਹੈ ਅੰਦਰ, ਠੀਕ ਹੈ। ਇੱਕ ਪੰਕਤੀ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਅੰਦਰ ਵਿਦਾ ਸਚ ਨਾਏ, ਅੰਦਰ ਵਿਦਾ ਸਚ ਨਾਏ, ਠੀਕ ਹੈ।
कोई होर पंक्ति अंदर वाली सर्च करो। हुक्म है अंदर सबको। हुण इत्थे अंदर नूं औंकड़ क्यों है, इत्थे अंदर नूं सिहारी क्यों है? कुछ तां इन्हां दे विच फर्क होएगा ना। ये अंदर की है जिहड़ा उपर वाला औंकड़ वाला है, ये साडे अंदर हिरदे वास्ते वरत्या गया है ना। अंदर भाव साडा अंतरात्मा, साडा मन, साडा हिरदा। अंदर विद्या सच नाए, सच्चे नाम दे नाल अंदर जिहड़ा हिरदा है ना, हिरदा बिन्निया गया। इस करके इत्थे अंदर नूं सिहारी नहीं है, ठीक है। औंकड़ लगी हुई है क्योंकि नाउन है, ठीक है। हुक्म है अंदर सब को, बाहर हुक्म ना कोई। हुण हुक्म ते हो गया नाम, ये अंदर ते है नहीं है नाम, ठीक है, क्योंकि नाम दोवें इकट्ठे ते आ नहीं सकते। ये अंदर इत्थे फिर संबंधक है, ठीक है। अंदर दा अर्थ इत्थे विच बनदा है ना, ते संबंधक ही हो गया भी, है ना। विच वाला रूल आपां पहला भी समझिआ है, इहदा अर्थ भी विच बनदा है, भी हुक्म दे विच ही सारा कुछ है, ठीक है। फिर ये भी संबंधक है, हुक्म है अंदर सब को, बाहर हुक्म ना कोई। उत्थे बाहर नूं भी सिहारी होएगी, ठीक है। हुण ये हो गया जिहड़ा आपां दूजा रूल अंदर वाला शब्द उन्होंने समझण दा आपां यतन कीता है ना। विच नूं भी औंकड़ दे नाल वरत्या गया है, सिहारी दे नाल भी वरत्या गया है। जिथे औंकड़ जां मुक्ता है उत्थे फिर नाउन है, जिथे सिहारी है फिर उत्थे संबंधक होएगा है, ठीक है। ये सिहारी जिहड़ी फिर नाल इन्हां दे आई है संबंधकां दे पछाण चिन्ह रूप दे विच है। ये पॉइंट एक लिख लिओ नाल, ठीक है। हाँ जी, संबंधकां दी पछाण चिन्ह, हाँ जी, संबंधकां दी पछाण चिन्ह ये लिख लिओ बस हैडिंग उपर। सच्ची बैसक तिना संग, जिन संग जपिए नाओ, नानक तिन संग संग ना कीचई, जिना अपना सुआओ। हुण उत्थे किन्नी वारी संग लफ्ज वरत्या है गुरु पातशाह जी ने दोवां पंक्तियां दे विच ही, है ना। पर आपां दूजी पंक्ति नूं सामने रखना है। दूजी पंक्ति किहड़ी है? नानक तिन संग संग ना कीचई। हुण इत्थे सिहारी किनू होएगी, औंकड़ किनू होएगा, जां दोवां नूं ही सिहारी होएगी? की होएगा इत्थे? नानक तिन संग संग ना कीचई। इत्थे कुछ ना कुछ तो फर्क है ना। एक संग नाउन है, एक संग संबंधक होएगा, ये तो क्लीयर है। अच्छा, पहले वाला संबंधक है, फिर दूजे वाला इत्थे हुण फिर ये बन गया एक नाउन, एक नाम बन गया ना। संबंधक ये नाउन बन गया, ये संबंधक बन गया। ये अर्थ बन गए उन्हां दे नाल संग नहीं करना, ठीक है। नानक जिन्हां अपना सुआओ, ठीक है। जिहड़े अपने स्वार्थ दे विच रहिंदे ने उन्हां दा आपां संग नहीं करना, उन्हां नाल संग नहीं करना। इत्थे गल पातशाह जी ने समझाई है। सच्ची बैसक तिना संग, जिन संग जपिए नाओ। पहली पंक्ति दे विच भी दो संग आए आ, वो दोवें संबंधक है, उन्हां नूं भी सिहारी लगी होएगी। इत्थे भी पहले नूं सिहारी लगी है, नाल ये पड़नाम आ गया ना, प्रोनाउन। ये संबंधक हो गया, ये फिर नाउन हो गया। इस करके इनू औंकड़ है, ये सिहारी दे नाल है, ठीक है। ये आपां पहला नाम दा रूल कीता भी चार कारणा करके नाम नूं सिहारी आउंदी है। फिर संबंधकां दी पछाण चिन्ह वजों शब्दां नूं सिहारी आउंदी है। फिर उस तो बाद कई शब्द इस्त्री लिंगे, ठीक है। इस्त्री लिंग जेंडर दे होण करके भी उन्हां नूं
ਸਿਹਾਰੀ ਲੱਗੀ ਹੋਈ ਹੈ। ਬਹੁਤਾਤ ਵਿੱਚ ਸ਼ਬਦ ਹੁਣ ਯਾਦ ਹੋਏਗਾ ਸਾਨੂੰ, ਜਾਂ ਆਪਾਂ ਕਲਾਸ ਵੀ ਅਟੈਂਡ ਕੀਤੀ ਆ ਜਾਂ ਵੀਡੀਓ ਵੇਖੀ ਹੋਏਗੀ, ਉਹਦੇ ਵਿੱਚ ਵੀ ਇਹ ਡਿਸਕਸ ਕੀਤੀ ਹੈ ਵੀ ਇੱਕ ਤਾਂ ਆਪਾਂ ਇਹ ਰੂਲ ਵੀ ਕੀਤਾ ਸੀ ਨਾ ਵੀ ਪੁਲਿੰਗ ਇੱਕ ਵਚਨ ਨਾਮ ਨੂੰ ਕੀ ਹੈ, ਔਂਕੜ ਆਉਂਦੀ ਹੈ ਨਾ। ਤੇ ਉਹਦੇ ਵੀ ਆਪਾਂ 4 ਰੀਜ਼ਨ ਸਮਝੇ ਸੀ ਵੀ ਨਾਮ ਇੱਕ ਵਚਨ ਪੁਲਿੰਗ ਹੋਵੇ ਤੇ ਉਸ ਦੀ ਔਂਕੜ ਹਟਣ ਦੇ 4 ਕਾਰਨ। ਉਹਨਾਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਇਹ ਵੀ ਸੀ ਕਿ ਇਸਤਰੀ ਲਿੰਗ ਹੋਵੇ ਨਾਮ ਤੇ ਔਂਕੜ ਨਹੀਂ ਆਉਂਦੀ ਹੈ, ਉਹ ਮੁਕਤਾ ਹੁੰਦਾ ਹੈ। ਜੇ ਆਪਾਂ ਉਹ ਰੂਲ ਕਰ ਲਿਆ ਸੀ, ਫਿਰ ਇੱਥੇ ਹੁਣ ਇਸਤਰੀ ਲਿੰਗ ਦਾ ਪੰਗਾ ਕੀ ਪੈ ਗਿਆ ਵੀ ਫਿਰ ਇਸਤਰੀ ਲਿੰਗ ਆ ਗਿਆ ਇੱਥੇ ਸਿਹਾਰੀ ਵਾਲੇ ਰੂਲ ਦੇ ਨਾਲ। ਹੁਣ ਇੱਥੇ ਵੀ ਇੱਕ ਬਹੁਤ ਵੱਡਾ ਕਾਰਨ ਹੈ ਨਾ, ਇੱਕ ਤੇ ਉਹ ਰੂਲ ਸੀ ਮੁਕਤਾ ਵਾਲਾ, ਇਸਤਰੀ ਲਿੰਗ ਸ਼ਬਦ ਜਿਹੜੇ ਹੈ ਮੁਕਤਾਂਤ ਵੀ ਆਉਂਦੇ ਹੈ, ਠੀਕ ਹੈ, ਪਰ ਬਹੁਤਾਤ ਵਿੱਚ ਇਸਤਰੀ ਲਿੰਗ ਸ਼ਬਦ ਜਿਹੜੇ ਹੈ ਉਹ ਸਿਹਾਰੀ ਦੇ ਨਾਲ ਵੀ ਆਉਂਦੇ ਹੈ। ਉਹਦਾ ਰੀਜ਼ਨ ਕੀ ਹੈ, ਜਿਵੇਂ ਹੁਣ ਇਹ ਸ਼ਬਦ ਇੱਕ ਲਿਖਿਆ ਹੈ ਕਾਮਣ, ਦੂਜਾ ਇੱਕ ਹੋਰ ਮੈਂ ਇੱਥੇ ਲਿਖਿਆ ਹੈ ਕਾਮਣ, ਠੀਕ ਹੈ। ਹੁਣ ਇੱਥੇ ਇੱਕ ਸ਼ਬਦ ਮੈਂ ਲਿਖਤਾ ਹੈ ਮੂਰਤ, ਦੂਜਾ ਵੀ ਲਿਖਤਾ ਹੈ ਨਾਲ ਮੂਰਤ, ਠੀਕ ਹੈ। ਹੁਣ ਮੈਂ ਇੱਥੇ ਇੱਕ ਸ਼ਬਦ ਦਾ ਅਰਥ ਕਰ ਦਿੰਦਾ, ਇੱਕ ਸ਼ਬਦ ਦਾ ਅਰਥ ਕਰਤਾ ਮੈਂ ਜਾਦੂ ਟੂਣਾ, ਠੀਕ ਹੈ, ਇੱਕ ਦਾ ਅਰਥ ਕਰਤਾ ਮੈਂ ਇਸਤਰੀ। ਪਰ ਆਪਾਂ ਨੂੰ ਕਿਵੇਂ ਪਤਾ ਲੱਗੂਗਾ, ਕਿਉਂਕਿ ਹੈ ਤਾਂ ਦੋਵੇਂ ਇੱਕੋ ਜਿਹੀ ਹੈ, ਸੇਮ ਹੀ ਹੈ। ਹਾਂ, ਫਿਰ ਇੱਥੇ ਸਾਨੂੰ ਪਛਾਣ ਆਏਗੀ ਵੀ ਇਸਤਰੀ ਲਿੰਗ ਸ਼ਬਦ ਕਿਹੜਾ, ਇਸਤਰੀ ਵਾਸਤੇ ਕਿਹੜਾ ਵਰਤਿਆ ਏ ਤੇ ਟੂਣੇ ਵਾਸਤੇ, ਜਾਦੂ ਵਾਸਤੇ ਕਿਹੜਾ ਸ਼ਬਦ ਵਰਤਿਆ ਏ। ਇੱਥੇ ਫਿਰ ਦੂਜੇ ਕਾਮਨ ਨੂੰ ਸਿਹਾਰੀ ਆ ਜਾਏਗੀ, ਸਾਨੂੰ ਪਤਾ ਲੱਗ ਜਾਏਗਾ ਕਿ ਇਹ ਸ਼ਬਦ ਫੀਮੇਲ ਵਾਸਤੇ ਯੂਜ਼ ਕੀਤਾ ਏ ਤੇ ਇਹ ਸ਼ਬਦ ਉੱਥੇ ਫਿਰ ਟੂਣੇ ਵਾਸਤੇ ਹੈ, ਠੀਕ ਹੈ। ਕਾਮਨ ਕਰੇ ਤਉ ਪਿਆਰੇ ਕਉ ਪਾਵੈ, ਠੀਕ ਹੈ। ਫਿਰ ਇਹ ਜਿਹੜੇ ਮੂਰਤ 2 ਸ਼ਬਦ ਲਿਖੇ ਹੋਏ ਆ, ਇੱਕ ਦਾ ਅਰਥ ਮੈਂ ਕਰਦਾ, ਜਿਵੇਂ ਪੰਕਤੀ ਮੈਂ ਪੜ੍ਹਾਂ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ। ਤੇ ਇੱਕ ਸ਼ਬਦ ਆਪਾਂ ਪੜ੍ਹਦੇ ਆ ਅਕਾਲ ਮੂਰਤ, ਠੀਕ ਹੈ, ਮੂਲ ਮੰਤਰ ਦੇ ਵਿੱਚ ਹੀ। ਉੱਥੇ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਮੂਰਤ ਸਿਹਾਰੀ ਦੇ ਨਾਲ ਹੈ, ਪਰ ਜੇ ਮੈਂ ਪੰਕਤੀ ਬੋਲਾਂ ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਉੱਥੇ ਕਿਵੇਂ ਹੋਏਗਾ, ਉੱਥੇ ਸਿਹਾਰੀ ਨਹੀਂ ਆਏਗੀ, ਕਿਉਂਕਿ ਉੱਥੇ ਕੀ ਹੈ, ਉੱਥੇ ਮਹੂਰਤ ਦੀ ਗੱਲ ਹੋ ਰਹੀ ਹੈ ਨਾ, ਕਿਸੇ ਖਾਸ ਸ਼ੁਭ ਸਮੇਂ ਦੀ ਗੱਲ ਹੋ ਰਹੀ ਹੈ ਨਾ, ਜਿਹਨੂੰ ਆਪਾਂ ਮਹੂਰਤ ਕਹਿੰਦੇ ਆ, ਜਿਹੜਾ ਵਧੀਆ ਸਮਾਂ ਸਮਝਿਆ ਜਾਂਦਾ ਹੈ। ਉੱਥੇ ਫਿਰ ਮਹੂਰਤ ਨੂੰ ਔਂਕੜ ਲੱਗੀ ਹੋਈ ਹੈ, ਮਰਨ ਨਾ ਮਹੂਰਤ ਪੁੱਛਿਆ। ਹੁਣ ਮੌਤ ਜਿਹੜੀ ਹੈ ਉਹ ਕੋਈ ਸ਼ੁਭ ਸਮਾਂ, ਖਾਸ ਸਮਾਂ ਵੇਖ ਕੇ ਥੋੜ੍ਹੀ ਆਉਂਦੀ ਹੈ। ਮੌਤ ਤੇ ਇੱਕ ਹੁਕਮ ਹੈ, ਜਦੋਂ ਸਵਾਸ ਪੂਰੇ ਹੋ ਜਾਂਦੇ ਹੈ ਉਹ ਬਿਨਾਂ ਪੁੱਛੇ ਹੀ ਆ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਉੱਥੇ ਕਿਹਾ ਮਰਨ ਨਾ ਮਹੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ। ਉੱਥੇ ਸਮੇਂ ਦੀ ਗੱਲ ਹੋ ਰਹੀ ਹੈ ਤੇ ਮਹੂਰਤ ਕੀ ਹੈ, ਇੱਕ ਨਾਉਨ, ਜਿਸ ਕਰਕੇ ਉੱਥੇ ਔਂਕੜ ਲੱਗਾ ਹੋਇਆ ਹੈ। ਇਹਦੇ ਉਚਾਰਨ ਦੇ ਵਿੱਚ ਵੀ ਫਰਕ ਹੈ ਫਿਰ ਦੋਵਾਂ ਦੇ ਵਿੱਚ। ਇਹਨੂੰ ਆਪਾਂ ਪੜ੍ਹਨਾ ਹੈ ਥੋੜ੍ਹਾ ਭਾਰਾ ਕਰਕੇ, ਠੀਕ ਹੈ, ਮਹੂਰਤ, ਮਹੂਰਤ, ਇਹਨੂੰ ਮੂਰਤ, ਠੀਕ ਹੈ। ਹਾਂਜੀ, ਮਾਹ ਦਿਵਸ ਮਹੂਰਤ ਭਲੇ। ਉੱਥੇ ਮੁਕਤਾ ਹੈ ਨਾ, ਕਿਉਂਕਿ ਉੱਥੇ ਬਹੁਤਾਤ ਬਹੁ ਗਿਣਤੀ ਦੀ ਗੱਲ ਹੋ ਰਹੀ ਹੈ ਨਾ। ਮਾਹ ਦਿਵਸ, ਹਾਂਜੀ 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 ਹਾਂਜੀ, ਕਿਉਂਕਿ ਉੱਥੇ ਸਫਲ ਮਹੂਰਤ, ਉੱਥੇ ਇੱਕ ਮਹੂਰਤ ਦੀ ਗੱਲ ਹੋ ਰਹੀ ਹੈ ਨਾ, ਕੋਈ ਖਾਸ ਮਹੂਰਤ ਹੈ, ਸਮਾਂ ਹੈ, ਠੀਕ ਹੈ। ਸਫਲ ਮਹੂਰਤ, ਸਫਲਾ ਘੜੀ, ਜਿਤ ਸੱਚੇ ਨਾਲ ਪਿਆਰ। ਉਹ ਮਹੂਰਤ, ਉਹ ਘੜੀ ਸਫਲ ਹੋ ਜਾਂਦੀ ਹੈ ਜਦੋਂ ਸੱਚੇ ਨਾਲ, ਪ੍ਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਪਰ ਜਿੱਥੇ ਮਾਹ ਦਿਵਸ ਮਹੂਰਤ ਭਲੇ, ਉੱਥੇ ਭਲੇ ਆ ਗਿਆ,
पाप बहुते बहुते आ गए ना, फिर वो सारे मूर्ति सफल है ਜਿਹੜੇ गुरु की संगत करके साडे बतीत ਹੁੰਦੇ ਹੈ। ਇੱਥੇ ਫਿਰ ਮੂਰਤ ਤੇ ਮੂਰਤ ਸਿਹਾਰੀ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਇਸਤਰੀ ਲਿੰਗ ਹੈ। ਇੱਥੇ ਮੂਰਤੀ ਦੀ ਗੱਲ ਹੋ ਰਹੀ ਹੈ ਤੇ ਬਹੁਤਾਤ ਵਿੱਚ ਸ਼ਬਦ ਇਸਤਰੀ ਲਿੰਗ ਉਹ ਵੀ ਹੈ ਜਿਹੜੇ ਆਪਾਂ ਹਿੰਦੀ ਦੇ ਵਿੱਚ ਸਿਹਾਰੀ ਦੇ ਨਾਲ ਬੋਲਦੇ ਆ। ਠੀਕ ਹੈ, ਜਿਵੇਂ ਉਸਤਤੀ, ਭਗਤੀ। ਠੀਕ ਹੈ, ਹਿੰਦੀ ਦੇ ਵਿੱਚ ਸਿਹਾਰੀ ਲੱਗੀ ਹੋਈ ਹੈ ਜਾਂ ਸੰਸਕ੍ਰਿਤ ਦੇ ਵਿੱਚ ਉਹਨਾਂ ਨੂੰ ਸਿਹਾਰੀ ਲੱਗੀ ਹੋਈ ਹੈ ਤੇ ਗੁਰਬਾਣੀ ਦੇ ਵਿੱਚ ਵੀ ਉਹ ਸ਼ਬਦ ਉਸੇ ਤਰ੍ਹਾਂ ਵਰਤੇ ਗਏ ਆ, ਪਰ ਆਪਾਂ ਗੁਰਮੁਖੀ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਉਹਨਾਂ ਦੀ ਸਿਹਾਰੀ ਨਹੀਂ ਬੋਲਦੇ। ਠੀਕ ਹੈ, ਉਹ ਇਸਤਰੀ ਲਿੰਗ ਸ਼ਬਦ ਵੀ ਬਹੁਤਾਤ ਵਿੱਚ ਹੈ, ਜਿਵੇਂ ਉਸਤਤ, ਮਨ ਮਹਿ, ਕਾਰ ਨਿਰੰਕਾਰ। ਨਾਲ ਜਿਹੜਾ ਆਪਾਂ ਪਹਿਲਾ ਰੂਲ ਕੀਤਾ ਉਹ ਵੀ ਨਾਲ ਨਾਲ ਸਮਝੀ ਜਾਂਦੇ ਆ ਨਾ। ਇੱਥੇ ਉਹਨੂੰ ਮਹਿ ਕੀ ਹੈ? ਉਸਤਤ, ਮਨ ਮਹਿ, ਕਾਰ ਨਿਰੰਕਾਰ ਸੰਬੰਧਕ ਹੋ ਗਿਆ ਨਾ ਫਿਰ ਮਹਿ। ਗੁਰੂ ਅਰਜਨ ਦੇਵ ਜੀ ਦਾ ਹੈ ਨਾ। ਹਾਂਜੀ ਹਾਂਜੀ, ਹੁਣ ਇੱਥੇ ਮਹਿ ਕੀ ਹੈ? ਮਹੀਨਾ ਹੈ। ਠੀਕ ਹੈ, ਜਿਵੇਂ ਮਾਹ ਕਿਤੇ ਲਿਖਤਾ ਹੈ, ਕਿਤੇ ਸ਼ਾਰਟ ਦੇ ਵਿੱਚ ਮਹਿ ਲਿਖਤਾ ਹੈ। ਹੁਣ ਇਹ ਇੱਥੇ ਮਹਿ ਦਾ ਅਰਥ ਹੈ ਮਹੀਨਾ। ਰਮਜ਼ਾਨ ਕੀ ਹੈ? ਇੱਕ ਮਹੀਨਾ ਹੈ ਨਾ ਜਿਹੜਾ ਹਿਜਰੀ। ਹਾਂਜੀ ਹਾਂਜੀ, ਮਹੀਨੇ ਵਿੱਚ ਨਹੀਂ ਵਰਤ ਨਾ ਰਹੋ ਨਾ ਮਹਿ ਰਮਦਾਨਾ। ਇੱਥੇ ਹੋ ਸਕਦਾ ਹਾਂਜੀ, ਕਿਉਂਕਿ ਉਹ ਰਮਜ਼ਾਨ ਦੇ ਮਹੀਨੇ ਦੇ ਵਿੱਚ ਰੋਜ਼ੇ ਰੱਖਦੇ ਆ ਨਾ। ਤੇ ਗੁਰੂ ਸਾਹਿਬ ਨੇ ਕਿਹਾ ਨਾ ਸਾਨੂੰ ਰਮਜ਼ਾਨ ਦੇ ਮਹੀਨੇ ਦੀ ਲੋੜ ਹੈ ਤੇ ਨਾ ਸਾਨੂੰ ਵਰਤ ਰੱਖਣ ਦੀ ਲੋੜ ਹੈ। ਠੀਕ ਹੈ, ਇਸ ਕਰਕੇ ਇਹ ਕੀ ਹੈ? ਇਹ ਨਾਉਨ ਹੈ ਤੇ ਇਹ ਸੰਬੰਧਕ ਹੈ। ਇੱਥੇ ਮੈਂ ਦਾ ਵੀ ਆਪਾਂ ਫਿਰ ਉਹੀ ਜਿਹੜਾ ਪਹਿਲਾ ਰੂਲ ਸੰਬੰਧਕ ਵਾਲਾ ਡਿਸਕਸ ਕੀਤਾ ਸੀ ਉਹ ਫਿਰ ਰਿਪੀਟ ਹੋ ਗਿਆ ਨਾ। ਤੇ ਨਾਲ ਕੀ ਆਪਾਂ ਉਸਤਤ, ਮਨ ਮਹਿ, ਕਾਰ ਨਿਰੰਕਾਰ। ਠੀਕ ਹੈ, ਉਸਤਤੀ ਨੂੰ ਸਿਹਾਰੀ ਲੱਗੀ ਹੋਈ ਹੈ। ਇਹ ਜਿਹੜਾ ਸੰਸਕ੍ਰਿਤ ਦੇ ਵਿੱਚ ਉਸਤਤੀ ਬੋਲਿਆ ਜਾਂਦਾ ਹੈ, ਸਿਹਾਰੀ ਲੱਗੀ ਹੋਈ ਹੈ। ਉਹੀ ਰੂਪ ਲਿਖਤ ਰੂਪ ਦੇ ਵਿੱਚ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਪਰ ਸਿਹਾਰੀ ਨਹੀਂ ਬੋਲਦੇ ਕਿਉਂਕਿ ਪੰਜਾਬੀ ਦੇ ਵਿੱਚ ਸਿਹਾਰੀ ਨੂੰ ਹਿੰਦੀ ਵਾਂਗ ਬਿਹਾਰੀ ਦੇ ਰੂਪ 'ਚ ਬੋਲਣ ਦਾ ਰਿਵਾਜ ਨਹੀਂ ਹੈ। ਠੀਕ ਹੈ, ਇਸ ਕਰਕੇ ਉਸਤਤ ਹੁਣ ਜਿਹੜੀ ਸਿਹਾਰੀ ਉਸਤਤ ਤੇ ਲੱਗੀ ਹੈ। ਹਾਂਜੀ, ਅੱਗੇ ਸਿਹਾਰੀ ਹੈ ਤਾਂ ਵੀ ਤੁਸੀਂ ਕੁਝ ਦੱਸਿਆ ਸੀ ਨਾ, ਤੇ ਇਸ ਲਈ ਪਿੱਛੇ ਜਿਹੜਾ ਮਹਿ ਆ ਉੱਤੇ ਹੀ ਸਿਹਾਰੀ ਆਏਗੀ ਸੰਬੰਧਕ ਕਰਕੇ ਜਿਹੜਾ ਉੱਪਰ ਵਾਲਾ ਇਹ ਜਿਹੜਾ ਉਸਤਤ, ਮਨ ਮਹਿ, ਕਾਰ ਨਿਰੰਕਾਰ। ਹੁਣ ਇਹ ਸੰਬੰਧਕ ਹੈ। ਠੀਕ ਹੈ, ਪਰ ਇਹ ਸੰਬੰਧਕ ਆਇਆ ਮਨ ਦੇ ਨਾਲ ਹੈ ਨਾ। ਕਿਹੜਾ ਇਹ ਮੁਕਤਾ ਹੈ? ਅੱਛਾ, ਮਹਿਰਮ ਇਹ ਮੁਕਤਾ ਹੈ ਨਾ। ਠੀਕ ਹੈ, ਤੇ ਇਹ ਆਪਾਂ ਕੀ ਕਹਿ ਰਹੇ ਆ? ਮਨ ਦੇ ਨਾਲ ਮਹਿ ਆਇਆ ਹੈ ਨਾ, ਤੇ ਮਨ ਦੀ ਔਂਕੜ ਉੱਡ ਗਈ ਹੈ, ਮਨ ਮਹਿ ਮਨ ਵਿੱਚ ਆ ਗਿਆ। ਫਿਰ ਉਸਤਤ ਦੇ ਨਾਲ ਤੇ ਸਿਹਾਰੀ ਲੱਗੀ ਹੋਈ ਹੈ, ਸੰਬੰਧਕ ਦੇ ਨਾਲ ਇਹਦਾ ਕੋਈ ਸੰਬੰਧ ਹੀ ਨਹੀਂ ਹੈ। ਹਾਂ, ਤੇ ਜੇ ਸੰਬੰਧਕ ਆਵੇਗਾ ਵੀ ਇਹਦੀ ਸਿਹਾਰੀ ਉਸੇ ਤਰ੍ਹਾਂ ਰਹਿਣੀ ਹੈ। ਠੀਕ ਹੈ, ਜਿਵੇਂ ਸੰਬੰਧਕ ਉਹਨਾਂ ਦੀ ਪਛਾਣ ਚਿੰਨ੍ਹ ਹੈ ਸਿਹਾਰੀ, ਇਸੇ ਤਰ੍ਹਾਂ ਇਹਨਾਂ ਸ਼ਬਦਾਂ ਦੀ ਵੀ ਪਛਾਣ ਚਿੰਨ੍ਹ ਹੈ ਸਿਹਾਰੀ। ਜਿਵੇਂ ਮੂਰਤ ਹੈ, ਮੂਰਤੀ। ਠੀਕ ਹੈ, ਉੱਥੇ ਵੀ ਸਿਹਾਰੀ ਆਉਣੀ ਹੈ, ਭਾਵੇਂ ਕੋਈ ਸੰਬੰਧਕ ਆਵੇ ਜਾਂ ਨਾ ਆਵੇ। ਉਸਤਤ ਹੈ ਜਾਂ ਭਗਤ ਹੈ ਨਾ। ਜੇ ਭਗਤੀ ਸਿਹਾਰੀ ਦੇ ਨਾਲ ਹੋਏਗੀ ਤਾਂ ਉੱਥੇ ਕੀ ਹੈ? ਭਗਤੀ ਦੀ ਇਸਤਰੀ ਲਿੰਗ ਹੈ, ਉੱਥੇ ਫਿਰ ਭਗਤੀ ਦੀ ਗੱਲ ਹੋਏਗੀ ਨਾ। ਤੇ ਜੇ ਭਗਤ ਮੁਕਤਾ ਹੋਏਗਾ
ਫਿਰ ਉੱਥੇ ਆਪਾਂ ਭਗਤੀ ਦੇ ਅਰਥ ਨਹੀਂ ਕਰ ਸਕਦੇ ਭਗਤ ਦੇ ਵਿੱਚੋਂ। ਫਿਰ ਇਹ ਕੀ ਹੈ, ਪੁਲਿੰਗ ਹੋਏਗਾ ਜਾਂ ਬਹੁਵਚਨ ਹੋਏਗਾ ਜਾਂ ਇਹਦੇ ਨਾਲ ਕੋਈ ਸੰਬੰਧਕ ਹੋਏਗਾ। ਫਿਰ ਉੱਥੇ ਰੱਬ ਦੀ ਬੰਦਗੀ ਕਰਨ ਵਾਲਾ ਜਿਹੜਾ ਬੰਦਾ ਉਹਨੂੰ ਆਪਾਂ ਭਗਤ ਕਹਿੰਦੇ ਆ, ਉਹ ਅਰਥਾਂ ਦੇ ਵਿੱਚ ਭਗਤ ਹੋਏਗਾ। ਜਾਂ ਫਿਰ ਜੇ ਸਿਹਾਰੀ ਹੋਏਗੀ ਵੀ, ਫਿਰ ਉਹਦੇ ਵਿੱਚੋਂ ਆਪਾਂ ਜਿਹੜੇ ਉਹ ਪਹਿਲਾਂ 4 ਡਿਸਕਸ ਕੀਤੇ ਸੀ ਰੂਲ ਨੇ, ਭਗਤ ਨੇ ਜਾਂ ਭਗਤ ਦੁਆਰਾ ਜਾਂ ਭਗਤ ਤੋਂ, ਠੀਕ ਹੈ, ਫਿਰ ਉਹ ਅਰਥ ਨਿਕਲ ਸਕਦੇ ਆ, ਠੀਕ ਹੈ। ਪਰ ਬਹੁਤਾਤ ਵਿੱਚ ਭਗਤੀ ਲਫ਼ਜ਼ ਜਿਹੜਾ ਆਇਆ ਹੈ ਨਾ, ਇਸ ਰੂਪ ਦੇ ਵਿੱਚ ਆਇਆ ਹੈ, ਠੀਕ ਹੈ। ਹੁਣ ਇਹ ਹੋ ਗਿਆ ਇਸਤਰੀ ਲਿੰਗ ਨੂੰ ਸਿਹਾਰੀ ਵਾਲਾ ਰੂਲ, ਜਿਹੜੇ ਸ਼ਬਦ ਆਪਾਂ ਹੁਣ ਡਿਸਕਸ ਕੀਤੇ ਹੈ। ਇੱਕ ਪੰਕਤੀ ਹੈ, ਜੈਸੀ ਤਰੁਣ ਪਤਾਰ ਉਰਜੀ ਪਿਰਹਿ ਸਿਵੈ, ਠੀਕ ਹੈ। ਫਿਰ ਦੂਜਾ ਹੈ ਤਰੁਣ ਤੇਜ ਦੋਵਾਂ ਦੇ ਵਿੱਚ ਤਰੁਣ ਸ਼ਬਦ ਆਇਆ ਹੈ ਨਾ, ਪਰ ਇਹਨਾਂ ਦੇ ਅਰਥ ਵਿੱਚ ਥੋੜਾ ਫਰਕ ਹੈ। ਇੱਕ ਇਸਤਰੀ ਲਿੰਗ ਹੈ, ਇਸਤਰੀ ਵਾਸਤੇ ਵਰਤਿਆ ਏ, ਦੂਜਾ ਜਵਾਨ ਵਾਸਤੇ ਵਰਤਿਆ ਏ, ਠੀਕ ਹੈ। ਪਰ ਸਾਨੂੰ ਪਤਾ ਕਿਵੇਂ ਲੱਗੇਗਾ, ਕੋਈ ਨਾ ਕੋਈ ਫਰਕ ਤੇ ਚਾਹੀਦਾ ਏ। ਤੇ ਗੁਰੂ ਸਾਹਿਬ ਨੇ ਫਿਰ ਕੀ ਕੀਤਾ ਏ, ਇਸਤਰੀ ਦੀ ਪਛਾਣ ਵਾਸਤੇ ਨਾਲ ਸਿਹਾਰੀ ਲਾਤੀ ਹੈ, ਠੀਕ ਹੈ। ਪਤਾਰ ਦਾ ਅਰਥ ਹੈ ਪਤੀ, ਠੀਕ ਹੈ। ਜਿਵੇਂ ਇੱਕ ਇਸਤਰੀ ਆਪਣੇ ਪਤੀ ਦੇ ਨਾਲ ਪਿਆਰ ਦੇ ਨਾਲ ਰਹਿੰਦੀ ਹੈ, ਠੀਕ ਹੈ। ਇੱਥੇ ਇਸਤਰੀ ਵਾਸਤੇ ਵਰਤਿਆ ਤਰੁਣ ਤੇਜ ਪਾਰਤ੍ਰਿਯ ਮੁਖ ਜੋ ਹੈ। ਫਿਰ ਇੱਥੇ ਜਵਾਨ ਦੀ ਗੱਲ ਕੀਤੀ ਹੈ ਕਿ ਉਹ ਆਪਣੇ ਤੇਜ ਦੇ ਵਿੱਚ, ਜਵਾਨੀ ਦੇ ਮਾਨ ਦੇ ਵਿੱਚ ਇੱਕ ਜਵਾਨ ਜਿਹੜਾ ਏ ਉਹ ਪਰਾਏ ਰੂਪ ਨੂੰ ਤੱਕਦਾ ਏ ਵਿਕਾਰੀ ਭਾਵਨਾ ਦੇ ਨਾਲ। ਫਿਰ ਇੱਥੇ ਗੁਰੂ ਪਾਤਸ਼ਾਹ ਜੀ ਨੇ ਉਹ ਗੱਲ ਕੀਤੀ ਹੈ, ਉੱਥੇ ਫਿਰ ਕੀ ਹੈ, ਸਿਹਾਰੀ ਨਹੀਂ ਲੱਗੀ ਹੋਈ ਪੰਕਤੀ ਦੇ ਵਿੱਚ। ਤੇ ਇੱਥੇ ਜਿੱਥੇ ਇਸਤਰੀ ਦੀ, ਹਾਂਜੀ ਸਿਹਾਰੀ ਜਿਹੜੀ ਆਈ ਹੈ ਜੈਸੀ ਤਰੁਣ, ਹਾਂਜੀ ਹਾਂਜੀ ਪੜੋ ਤੇ ਪਤਾ ਲੱਗਦਾ ਕਿ ਹਾਂ ਇਸਤਰੀ ਲਿੰਗ, ਬਿਲਕੁਲ ਬਿਲਕੁਲ। ਇਸ ਕਰਕੇ ਉੱਥੇ ਸਿਹਾਰੀ ਲੱਗੀ ਹੋਈ ਹੈ ਤਾਂ ਕਿ ਕੋਈ ਕਨਫਿਊਜ਼ ਨਾ ਹੋਵੇ, ਠੀਕ ਹੈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸ਼ਬਦਾਂ ਦਾ ਰੂਪ ਇੱਕੋ ਜਿਹਾ ਹੀ ਹੈ, ਉਹਨਾਂ ਦੇ ਅਰਥਾਂ ਦੇ ਵਿੱਚ ਫਰਕ ਹੈ, ਪਰ ਗੁਰੂ ਸਾਹਿਬ ਨੇ ਉੱਥੇ ਨਿਸ਼ਾਨੀ ਮਾਤਰ ਕੋਈ ਨਾ ਕੋਈ ਮਾਤਰਾ ਉੱਥੇ ਵੱਧ ਲਾਈ ਹੋਈ ਹੈ, ਕਿਤੇ ਸਿਹਾਰੀ ਜਾਂ ਔਂਕੜ। ਸੋ ਇਹਨਾਂ ਸਾਰੀਆਂ ਲਗਾ ਮਾਤਰਾਵਾਂ ਦਾ ਜਿਹੜਾ ਏ ਉਹ ਭੇਦ ਕੋਈ ਨਾ ਕੋਈ ਛੁਪਿਆ ਹੋਇਆ ਹੈ, ਜਿਸ ਕਰਕੇ ਆਪਾਂ ਇਹੀ ਸਮਝ ਰਹੇ ਹਾਂ। ਤੇ ਹੁਣ ਅੱਗੇ ਅਗਲੀਆਂ ਕਲਾਸਾਂ ਦੇ ਵਿੱਚ ਵੀ ਆਪਾਂ ਹੋਰ ਜਿਹੜਾ ਏ ਇਹਨੂੰ ਡੀਪਲੀ ਸਮਝਾਂਗੇ, ਠੀਕ ਹੈ, ਗੁਰਬਾਣੀ ਦੀਆਂ ਪੰਕਤੀਆਂ ਦੀਆਂ ਉਦਾਹਰਨਾਂ ਲੈ ਕੇ। ਸੋ ਅੱਜ ਦੀ ਕਲਾਸ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਗੁਰਬਾਣੀ ਪੜ੍ਹਦੇ ਹੋਇਆ ਤੁਸੀਂ ਵੀ ਕੋਸ਼ਿਸ਼ ਕਰਨੀ ਹੈ ਕਿ ਪੰਕਤੀਆਂ ਆਪਣੇ ਕੋਲੋਂ ਥੋੜ੍ਹੀਆਂ ਨੋਟ ਕਰਕੇ ਲਿਆਓ, ਤੇ ਉਹਨਾਂ ਪੰਕਤੀਆਂ ਨੂੰ ਫਿਰ ਆਪਾਂ ਇੱਥੇ ਕਲਾਸ ਦੇ ਵਿੱਚ ਬਹਿ ਕੇ ਡਿਸਕਸ ਕਰੀਏ, ਠੀਕ ਹੈ।